परम सत्कारयोग सतगुरां दी साजी निवाजी गुरु रूप प्यारी गुरु सवारी साध संगत जी। परमात्मा दी बख्शिश दे नाल नितनेम कर्म अनुसार गुरु दरबार दीयां हाजरियां भर रहे हाँ। गुरु साहिब जी महाराज जी ने किरपा की है। सुभागा समा इस जिंदगी नूं बख्शिया है जो कि संगत दे विच बैठण दा मौका मिले। गुरु साहिब जी महाराज ने हर एक मनुखता नूं समझाउण दे बड़े यतन कीते ने कि ये जिंदगी जिहड़ी मनुखा वाली तैनूं मिली है, इहदी दुबारे तैनूं प्राप्ति नहीं होनी। गुर सेवा ते भगत कमाई तवे मानस देही पाई। इस देही को सिमरै देव सो देही भज हर की सेव। कोई पूर्वला करम चंगा कीता जिस दी बदौलत मनुखा देही की प्राप्ति हुई है। ते ये देही ये जिंदगी दिनों दिन घटती जा रही है। कोई भी मनुख समाज दे विच अज तक वड्डा नहीं होया। जिहड़े मनुख दा एक दिन लंघ गया, समझ लेना कि जिंदगी जिड्डी वड्डी मिली सी उहदे विचों एक दिन ते अज दा घट गया। दिन मिले है, रात मिली है। मनुख कहना चाहता है कि मैं दिनों दिन वड्डा हुंदा तुरया जा रहा। गुरु ग्रंथ साहिब जी महाराज कहते हैं जे तैनूं 90 साल की उम्र मिली है तो 90 साल की उम्र दे विचों अज दा एक दिन ते घट गया है, वधिया कित्थे है। समाज भावें तेरे ते लखां वारी मोहरां लाई जावे कि तू वड्डा हो गया, तू वडेरी उम्र हो गई। गुरु ग्रंथ साहिब जी महाराज बिल्कुल नहीं कहते कि किसी की वड्डी उम्र हुई है। गुरु तेग बहादुर साहिब जी महाराज तो ऐलानियां कहते हैं, चेतना है तो चेत लै निस दिन में प्राणी। छिण छिण औध विहात है फुटे घट जा पानी। दिनों दिन जिंदगी जिहड़ी है ये छोटी हो रही है। दिन करके रात करके जिंदगी नूं नापिया तो लिया जाता है, तो दिन रात करके तो जिंदगी कटी जा रही है। दिनों दिन जिंदगी दिनों दिन छोटी हुंदी तुरी जा रही है। एक ना एक दिन इस जिंदगी ने मिट जाना है। गुरु साहिब जी महाराज ते कहते हैं, पहला मरण कबूल जीवन की छड़ आस। रब दे घर दा रस्ता तो शुरू ही इत्थों हुंदा है कि तू अपने आप नूं समझ ला कि मैं दिनों दिन छोटा हुंदा तुरया जा रहा तो एक दिन मैं मिट जाना है। मिट जाने तो गुरु साहिब जी महाराज जियां दे घर दा रस्ता शुरू हुंदा है। कोई भी मनुख ऐसा नहीं है कि जिहड़ा अपनी जिंदगी के अंदर कहता होवे कि मैं तो दिनों दिन घटता जा रही। सारी दुनिया कहती है वड्डा हुंदा तुरया जा रहा।
ਗੁਰੂ ਸਾਹਿਬ ਜੀ ਮਹਾਰਾਜ ਪਹਿਲਾਂ ਕਹਿੰਦੇ ਕਬੂਲ ਕਰ ਕਿ ਤੂੰ ਕਦੇ ਵੀ ਵੱਡਾ ਨਹੀਂ ਹੋ ਰਿਹਾ, ਘਟ ਰਿਹਾ, ਸਰੀਰ ਘਟ ਰਿਹਾ ਤੇਰਾ। ਔਰ ਇੱਕ ਨਾ ਇੱਕ ਦਿਨ ਘਟਦੇ ਘਟਦੇ ਨੇ ਇਹਨੇ ਮਿਟ ਜਾਣਾ ਹੈ, ਕਬੂਲ ਕਰ। ਮਨੁੱਖ ਸਾਰੀ ਜ਼ਿੰਦਗੀ ਗੁਰਬਾਣੀ ਨੂੰ ਪੜ੍ਹਦਾ ਰਹਿੰਦਾ ਹੈ, ਸੁਣਦਾ ਰਹਿੰਦਾ ਹੈ, ਵਿਚਾਰਧਾਰਾ ਕਰਦਾ ਸੁਣਦਾ ਰਹਿੰਦਾ ਹੈ, ਫਿਰ ਵੀ ਇਹ ਆਪਣੇ ਆਪ ਨੂੰ ਕਦੇ ਇਹ ਗੱਲ ਨਹੀਂ ਕਹਿੰਦਾ ਕਿ ਮੈਂ ਦਿਨੋਂ ਦਿਨ ਘਟਦਾ ਜਾ ਰਿਹਾ। ਇਹ ਤੇ ਸਮਝ ਰਿਹਾ ਕਿ ਮੈਂ ਦਿਨੋਂ ਦਿਨ ਵਾਧਾ ਤੁਰਿਆ ਜਾ ਰਿਹਾ, ਕਦੇ ਨਹੀਂ ਕੋਈ ਵਾਧਾ। ਗੁਰੂ ਦਾ ਘਰ, ਪਰਮਾਤਮਾ ਦਾ ਘਰ ਇੱਥੋਂ ਸ਼ੁਰੂ ਹੁੰਦਾ ਜਿੱਥੇ ਜਾ ਕੇ ਮਨੁੱਖ ਸਮਝ ਲਵੇ ਕਿ ਮੈਂ ਦਿਨੋਂ ਦਿਨ ਘਟਦਾ ਜਾ ਰਿਹਾ ਅਤੇ ਮੈਂ ਇੱਕ ਦਿਨ ਮਿਟ ਜਾਣਾ ਹੈ। ਅੱਜ ਤੱਕ ਮਿਟੇ ਨੇ, ਜਿੰਨੀ ਦੁਨੀਆ ਪੈਦਾ ਹੋਈ ਸੀ ਸਭ ਦੇ ਸਭ ਮਿਟੇ ਨੇ, ਅਤੇ ਸਭਨਾਂ ਨੇ ਇੱਕ ਨਾ ਇੱਕ ਦਿਨ ਮਿਟ ਜਾਣਾ ਹੈ। ਸਰੀਰ ਸਭਨਾਂ ਦੇ ਮਿਟੇ ਨੇ, ਜਿਹੜੇ ਕੋਈ ਪਰਮਾਤਮਾ ਦੇ ਨਾਲ ਜੁੜ ਬੈਠਦੇ ਨੇ ਉਹਨਾਂ ਨੂੰ ਇਸ ਆਉਣ ਵਾਲੇ ਸਮੇਂ ਦੀਆਂ ਗੱਲਾਂ ਦਾ ਪਹਿਲਾਂ ਪਤਾ ਲੱਗ ਜਾਂਦਾ ਹੈ, ਪਹਿਲਾਂ ਪਤਾ ਲੱਗ ਜਾਂਦਾ ਹੈ। ਅਤੇ ਜਿਹੜੀ ਗੱਲ ਦਾ ਪਹਿਲਾਂ ਹੀ ਪਤਾ ਹੋਵੇ ਕਿ ਇੰਨੇ ਸਮੇਂ 'ਤੇ ਆਹ ਗੱਲ ਹੋਣੀ, ਉਸ ਤੋਂ ਮਨੁੱਖ ਡਰਦਾ ਨਹੀਂ, ਉਸ ਤੋਂ ਮਨੁੱਖ ਘਬਰਾਉਂਦਾ ਨਹੀਂ ਹੈ। ਦੁਨੀਆਦਾਰੀ ਦੇ ਵਿੱਚ ਖਚਿਤ ਹੋਇਆ ਮਨੁੱਖ, ਪਦਾਰਥਾਂ ਦੇ ਵਿੱਚ ਖਚਿਤ ਹੋਇਆ ਮਨੁੱਖ ਕਹਿ ਉੱਠਦਾ ਕਿ ਮੌਤ ਕਦੇ ਨਹੀਂ ਆਵੇਗੀ। ਰੱਬ ਦੇ ਪਿਆਰੇ ਕਹਿੰਦੇ ਨੇ ਇਹਨੇ ਤੇ ਇੱਕ ਨਾ ਇੱਕ ਦਿਨ ਆਉਣਾ ਹੀ ਹੈ, ਉਹ ਕਬੂਲ ਕਰ ਲੈਂਦੇ ਨੇ। ਤਾਂ ਜਿਹੜੇ ਪਰਮਾਤਮਾ ਦਾ ਨਾਮ ਸਿਮਰਨ ਬੰਦਗੀ ਦੇ ਵਿੱਚ ਲੱਗ ਕੇ ਰਹਿੰਦੇ ਨੇ ਉਹ ਇਸੇ ਗੱਲ ਨੂੰ ਕਬੂਲ ਕਰਦੇ ਨੇ ਕਿ ਅਸੀਂ ਦਿਨੋਂ ਦਿਨ ਘਟਦੇ ਜਾ ਰਹੇ ਹਾਂ ਅਤੇ ਇੱਕ ਦਿਨ ਮਿਟ ਜਾਣਾ ਹੈ। ਜਿਹੜਾ ਕੋਈ ਸਿਮਰਨ ਅਤੇ ਬੰਦਗੀ ਤੋਂ ਲਾਂਭੇ ਹੈ, ਸ਼ਾਇਦ ਹੋ ਸਕਦਾ ਦੁਨੀਆਦਾਰੀ ਦੇ ਵਿੱਚ ਕਹਿੰਦਾ ਹੋਵੇ ਕਿ ਮੈਂ ਹੁਣ ਵੱਡਾ ਹੋ ਗਿਆ। ਨਾ ਹੀ ਮਨੁੱਖ ਕਦੇ ਵੱਡਾ ਹੁੰਦਾ, ਨਾ ਮਨੁੱਖ ਦੀ ਕਦੇ ਉਮਰ ਵੱਡੀ ਹੁੰਦੀ ਹੈ, ਕਦੇ ਉਮਰ ਨਹੀਂ ਵੱਡੀ ਹੁੰਦੀ। ਹਾਂ, ਜਿਨ੍ਹਾਂ ਨੇ ਕੋਈ ਕਰਮ ਐਸਾ ਕੀਤਾ ਹੈ, ਜਿਹੜੇ ਕੋਈ ਸ੍ਰੇਸ਼ਟ ਚੰਗੇ ਕਰਮ ਸਮਾਜ ਦੇ ਵਿੱਚ ਕਰਦੇ ਨੇ, ਉਹਨਾਂ ਨੂੰ ਤੇ ਸਮਾਜ ਜਦੋਂ ਜੀਵਤ ਹੋਣ ਉਦੋਂ ਵੀ ਸਲਾਮਾਂ ਕਰਦੇ ਨੇ, ਉਹਨਾਂ ਦੇ ਮਿਟਣ ਤੋਂ ਬਾਅਦ ਵੀ ਉਹਨਾਂ ਦੇ ਨਾਮ ਨੂੰ ਸਲਾਮਾਂ ਹੀ ਹੁੰਦੀਆਂ ਨੇ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੂੰ ਗੁਰੂ ਦੀ ਸੰਗਤ ਕਰਿਆ ਕਰ, ਇਹ ਵਸਤੂਆਂ ਤੈਨੂੰ ਗੁਰੂ ਦੀ ਸੰਗਤ ਦੇ ਵਿੱਚੋਂ ਹੀ ਪ੍ਰਾਪਤ ਹੋਣੀਆਂ ਨੇ, ਹੋਰ ਕਿਸੇ ਜਗ੍ਹਾ ਤੋਂ ਪ੍ਰਾਪਤ ਨਹੀਂ ਹੋਣੀਆਂ। ਇਹ ਗੁਰੂ ਦੀ ਸੰਗਤ ਵਿੱਚੋਂ ਪ੍ਰਾਪਤ ਹੋਣਾ, ਕਿਉਂਕਿ ਗੁਰੂ ਦੀ ਜਿਹੜੀ ਸੰਗਤ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਲਾਨੀਆਂ ਕਹਿੰਦੇ ਹਨ ਕਿ ਗੁਰੂ ਕੀ ਸੰਗਤ 21 ਵਿਸਵੇ ਹੈ, ਅਸੀਂ 20 ਵਿਸਵੇ ਹਾਂ, ਸ੍ਰੇਸ਼ਟ ਹੈ। ਸੰਗਤ ਕਿਵੇਂ ਸ੍ਰੇਸ਼ਟ ਹੈ? ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ 'ਤੇ ਸੁਭਾਈਮਾਨ ਹੋਏ ਨਾ, ਸੰਗਤਾਂ ਨੂੰ ਪਤਾ ਲੱਗਿਆ, ਪੁਰਾਣੇ ਜ਼ਮਾਨਿਆਂ ਦੇ ਵਿੱਚ ਚਿੱਠੀਆਂ ਰਾਹੀਂ ਹੌਲੀ ਹੌਲੀ ਜਿਹੜਾ ਸੀ ਪਤਾ ਲੱਗਦਾ। ਕਾਬੁਲ ਦੀ ਸੰਗਤ ਕੋਲੇ ਚਿੱਠੀ ਪਹੁੰਚੀ ਕਿ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਗੁਰਤਾ ਗੱਦੀ ਹੈ ਜਿਹੜੀ ਕਿ ਉਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਦਿੱਤੀ ਹੈ। ਕਾਬੁਲ ਦੀ ਸੰਗਤ ਚੱਲੀ ਹੈ, ਕਹਿੰਦੇ ਚਲੋ ਜੋ ਗੁਰੂ ਹੁਣ ਗੁਰਤਾ ਗੱਦੀ 'ਤੇ ਸੁਭਾਈਮਾਨ ਨੇ ਉਹਨਾਂ ਦੇ ਦਰਸ਼ਨ ਕਰਕੇ ਆਉਂਦੇ ਆ।
दर्शन दीदारे करांगे, अपने जिहड़े पदार्थ ने वो गुरु के चरणों विच रख के कमाइयां नूं सफलियां करांगे अते नाल ही नाल गुरु के जिहड़े बचन ने वो भी सरवण करांगे। काबल तो काफ़ी संगत का जत्था इकट्ठा होके चल पिया गुरु के दर्शनां वास्ते। ते आउंदे आउंदे उन्हां नूं अमृतसर साहिब के नेड़े रात पै गई। कहंदे चलो इत्थे रात कटदे हैं सारी संगत। कहंदे ते जदों अमृत वेला होऊगा उठ के इशनान पान करके गुरु का द्वारा नेड़े है ते गुरु के दर्शन दीदारे कर लवांगे। बहुत लम्मा सफ़र सी जिहड़ा वो तय करके आई संगत। ते जिहड़े उन्हां दे विच बजुर्ग सीगे वो बजुर्गां दे शरीर नूं थकावट आ गई। उन्हां दे शरीर नूं थकावट आ गई। क्यों? बुढ़ेपे दे विच जिहड़ा है ठीक है कर्म धंधे करने पैंदे ने, सब कुछ करना पैंदा है, समाजिक नियम ने, पर बुढ़ेपे दे विच जाके उन्ने काम मनुख नहीं कर सकता जिन्ने ये जवानी वेले कर सकता है। गुरु साहिब जी महाराज कहते ने तैनूं परमात्मा ने तीन अवस्था दे विचों एक अवस्था दिती है जवानी। इस जवानी दे विच जिन्ना तेरा जी करदा तू चौंकड़ा मार के सिमरन बंदगी करता रहे, तैनूं थकावट नहीं आवेगी, थकावट नहीं आवेगी। इस जवानी दे विच जिन्ना तेरा चित्त करदा है तू जो मर्जी सेवा करता रहे, तेरा शरीर थकेगा नहीं, तेरा शरीर नहीं थकेगा। जवानी दे विच तू एक कर्म कर सकदा है, पर जिहड़े हर एक मनुख जिहड़ा है ये गुरु साहिब जी महाराज के आखे लग के जवानी दे विच कर्म नहीं करता। अजोके समय दियां जिहड़ियां जवानियां ने ये तां सब दियां सब माफ़ करना रुल गईयां ने, रुल गईयां ने। कुछ ते समाज दे विच विचरदियां नशियां ने रोल के रख दित्तियां ने। कुछ इन्हां जवानियां नूं मुढ़ तो लेके कोई चंगे संस्कार नहीं मिले, माफ़ करना, जिहदे कारण करके जद संस्कार ही चंगे ना मिले फिर तां मनुख महलां दे विच भी बैठा रहिंदा है। जे संस्कार चंगे मिल जावन ते फिर झुग्गियां दे विच बैठे भी हसन दीयां आवाज़ां आउंदियां ने। चंगा महल, चंगा घर, चंगा धन, चंगे पदार्थ जो मर्जी दिओ अपनी औलाद नूं। नाल नाल गुरु साहिब जी महाराज कहंदे जे ये सारा कुछ नहीं ना दे सकदा, घर बार चंगा नहीं दे सकदा, धन नहीं दे सकदा, तू कुछ भी चंगा नहीं दे सकदा, कम से कम अपनी औलाद नूं संस्कार ते चंगे दे दे। इको ही कर्म कर, संस्कार चंगे दे। वो सब दियां सब जवानियां सी जिहड़ियां रोल दित्तियां। जवानी दे पहरे दे विच एक परमात्मा ने कुछ समय वास्ते, परमात्मा ने कुछ समय वास्ते जवानी बख्शी है। ते ये जिन्ना मर्जी समा तू बैठ के सिमरन कर लै, बंदगी कर लै, जिन्ना समा मर्जी तू सेवा कर, जो मर्जी कर्म कर, बचपने दे विच इन्ना नहीं कर सकदा, बुढ़ेपे दे विच भी नहीं कर सकदा। अवस्था तो इको ही मिली है जवानी की। पुराने जमानिਆਂ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਸੀ ਸਾਡੇ ਵੱਡ ਵਡੇਰੇ,
ਉਹ ਬਚਪਨੇ ਤੋਂ ਲੈ ਕੇ ਜਵਾਨੀ ਤੱਕ ਦੇ ਪੂਰੇ ਕਰਮ ਕਰਦੇ ਸੀ, ਇੱਥੋਂ ਤੱਕ ਕਿ ਬੁਢੇਪੇ ਦੇ ਵਿੱਚ ਵੀ ਕੰਮ ਕੀਤਾ ਜਾਂਦਾ ਸੀ। ਅਜੋਕੇ ਸਮੇਂ ਦੇ ਵਿੱਚ ਇਹ ਚੀਜ਼ਾਂ ਨਹੀਂ ਰਹੀਆਂ, ਅਤੇ ਜੇ ਕੋਈ ਕਰਮ ਨਹੀਂ ਕਰਦਾ ਤਾਂ ਸਰੀਰ ਸਾਰੇ ਦੇ ਸਾਰੇ ਜਵਾਨਾਂ ਦੇ ਵੀ ਬਿਮਾਰੀਆਂ ਨੇ ਖਾ ਲਏ ਨੇ। ਜਵਾਨੀ ਦੇ ਵਿੱਚ ਇਹ ਵਸਤੂਆਂ ਅਤੇ ਬੁਢੇਪੇ ਦੇ ਵਿੱਚ ਤਾਂ ਥਕਾਵਟ ਹੋਣੀ ਹੈ। ਬਹੁਤਾ ਬੋਲਾਂਗੇ ਤਾਂ ਵੀ ਥਕਾਵਟ ਹੈ, ਦੇਖਾਂਗੇ ਤਾਂ ਵੀ ਥਕਾਵਟ ਹੈ, ਹੱਥਾਂ ਨਾਲ ਕੰਮ ਕਰਾਂਗੇ ਤਾਂ ਵੀ ਥਕਾਵਟ ਹੈ, ਜੇ ਚੱਲਾਂਗੇ ਤਾਂ ਵੀ ਥਕਾਵਟ ਹੈ। ਬੁਢੇਪੇ ਦੇ ਵਿੱਚ ਤਾਂ ਸਾਰੇ ਪਾਸੇ ਥਕਾਵਟ ਹੀ ਥਕਾਵਟ ਪਈ ਹੈ। ਅਤੇ ਉਹਨਾਂ ਦੇ ਬਜ਼ੁਰਗਾਂ ਦੇ ਸਰੀਰ ਨੂੰ ਥਕਾਵਟ ਆ ਗਈ। ਬਜ਼ੁਰਗ ਜੋ ਸੀ ਲੰਮੇ ਪੈਂਡਾ ਸਫ਼ਰ ਤੈਅ ਕਰਕੇ ਆਏ, ਕੰਧਾਰ ਕਿਹੜੇ ਨੇੜੇ ਪਿਆ ਸੀ। ਉਹ ਜਦੋਂ ਸਰੀਰ ਨੂੰ ਥਕਾਵਟ ਆਈ ਅਤੇ ਰਾਤ ਦੇ ਸਮੇਂ ਉਹਨਾਂ ਬਜ਼ੁਰਗਾਂ ਨੂੰ ਨੀਂਦ ਨਹੀਂ ਆ ਰਹੀ। ਮੈਂ ਇੱਕ ਬੇਨਤੀ ਕਰਦਿਆਂ ਕਿ ਕੇਵਲ ਇਕੱਲੀ ਸਾਖੀ ਨਹੀਂ ਸੁਣਨੀ। ਮੈਂ ਕਾਫੀ ਵਾਰੀ ਇਹ ਬੇਨਤੀਆਂ ਕਰਦਾ ਹੁੰਦਾ ਕਿ ਕੇਵਲ ਇਕੱਲੀ ਸਾਖੀ ਨਹੀਂ, ਉਹਦਾ ਕੋਈ ਨਾ ਕੋਈ ਨਿਚੋੜ ਵੀ ਹੈ। ਜਰਾ ਇਸ ਗੱਲ ਨੂੰ ਗਹਿਰੀ ਲੈ ਲੈਣਾ ਕਿ ਅਸੀਂ ਸੰਗਤ ਜਿਹੜੀ ਗੁਰੂ ਸਾਹਿਬ ਜੀ ਮਹਾਰਾਜ ਦੀ ਕਰਦੇ ਹਾਂ, ਅਤੇ ਗੁਰੂ ਸਾਹਿਬ ਜੀ ਮਹਾਰਾਜ ਸਾਡੇ ਵਾਸਤੇ ਕੀ ਕਰਦੇ ਨੇ। ਰਾਤ ਦੇ ਸਮੇਂ ਉਹਨਾਂ ਬਜ਼ੁਰਗਾਂ ਨੂੰ ਨੀਂਦ ਨਹੀਂ ਆ ਰਹੀ ਜਿਨ੍ਹਾਂ ਦਾ ਸਰੀਰ ਥੱਕ ਚੁੱਕਿਆ ਸੀ। ਗੁਰਤਾ ਗੱਦੀ 'ਤੇ ਸੁਭਾਏਮਾਨ ਅੰਮ੍ਰਿਤਸਰ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਰਾਤਰੀ ਦੇ ਦੀਵਾਨ ਤੋਂ ਉੱਠੇ ਨੇ। ਰਾਤਰੀ ਦੇ ਦੀਵਾਨ ਤੋਂ ਉੱਠੇ, ਇੱਕ ਸਿੱਖ ਨੂੰ ਨਾਲ ਲੈ ਕੇ ਗੁਰੂ ਸਾਹਿਬ ਜੀ ਮਹਾਰਾਜ ਉੱਧਰ ਨੂੰ ਚਲੇ ਗਏ ਜਿੱਥੇ ਕੰਧਾਰ ਦੀ ਸੰਗਤ ਆਈ ਹੋਈ ਸੀ, ਜਿੱਥੇ ਉਹਨਾਂ ਨੇ ਵਿਸ਼ਰਾਮ ਕੀਤਾ ਸੀ। ਅੱਧੀ ਰਾਤ ਦੇ ਸਮੇਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉੱਥੇ ਚਲੇ ਗਏ। ਹੁਣ ਜਿਹੜੇ ਤੇ ਨੌਜਵਾਨ ਸੀ, ਬੱਚੇ ਸੀ, ਉਹ ਤੇ ਥੱਕੇ ਸੀਗੇ ਅਤੇ ਉਹ ਤੇ ਸੌਂ ਗਏ, ਉਹਨਾਂ ਨੂੰ ਤੇ ਆਰਾਮ ਦੀ ਨੀਂਦ ਆ ਗਈ। ਅਤੇ ਬਜ਼ੁਰਗ ਸੀ ਜਿਹੜੇ 5-7 ਜਾਣੇ ਪੁਰਾਣੇ ਸਰੀਰ, ਉਹ ਕੋਲੇ ਬੈਠੇ ਵਿਚਾਰੇ ਜਿਹੜੇ ਸੀ ਕਦੇ ਉੱਧਰ ਪਾਸਾ ਮਾਰਦੇ ਨੇ, ਕਦੇ ਉੱਧਰ। ਨੀਂਦ ਨਹੀਂ ਆ ਰਹੀ। ਬੁਢੇਪੇ ਦੇ ਵਿੱਚ ਨੀਂਦ ਕਿੱਥੇ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਦੇ ਜੇ ਬਣ ਕੇ ਅਤੇ ਜਾ ਕੇ ਉਹਨਾਂ ਬਜ਼ੁਰਗਾਂ ਦੇ ਕੋਲ ਕਹਿਣ ਲੱਗੇ, ਬਜ਼ੁਰਗੋ ਕਿੱਥੋਂ ਆਏ ਹੋ? ਕਹਿੰਦੇ ਕੰਧਾਰ ਤੋਂ। ਕਿਵੇਂ ਆਉਣਾ ਹੋਇਆ? ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀਆਂ ਦੀ ਗੱਦੀ ਦੇ ਨਵੇਂ ਵਾਰਸ ਬਣੇ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਉਹਨਾਂ ਦੇ ਪ੍ਰਵਚਨ ਸੁਣਨ ਵਾਸਤੇ, ਉਹਨਾਂ ਦੇ ਦਰਸ਼ਨ ਕਰਨ ਵਾਸਤੇ ਅਸੀਂ ਜਾ ਰਹੇ। ਇਹ ਸਾਰੀ ਸੰਗਤ ਕੰਧਾਰ ਤੋਂ ਹੀ ਆਈ। ਕਹਿੰਦੇ ਸੰਗਤ ਤੇ ਸੁੱਤੀ ਪਈ ਹੈ ਅਤੇ ਤੁਸੀਂ ਕਿਉਂ ਨਹੀਂ ਸੌਂਦੇ? ਬਜ਼ੁਰਗ ਕਹਿਣ ਲੱਗੇ, ਕਹਿੰਦੇ ਸਾਨੂੰ ਹੁਣ ਨੀਂਦ ਕਿੱਥੇ। ਕੁਝ ਤੇ ਬਜ਼ੁਰਗ ਸਰੀਰ ਦੇ ਵਿੱਚ ਉਹਦੀ ਨੀਂਦ ਘਟ ਜਾਂਦੀ ਹੈ, ਅਤੇ ਕੁਝ ਇੰਨੇ ਸਮੇਂ ਦਾ ਪੈਂਡਾ ਤੈਅ ਕਰਕੇ ਆਇਆ, ਕੋਲੇ ਇੰਨਾ ਅਨਾਜ ਸੀਗਾ, ਭਾਰ ਚੁੱਕਿਆ, ਹੱਥ ਪੈਰ ਸਭ ਦੇ ਸਭ ਦੁਖੀ ਜਾ ਰਹੇ ਨੇ, ਸਰੀਰ ਸਾਰੇ ਦਾ ਸਾਰਾ ਦੁਖੀ ਜਾ ਰਿਹਾ ਹੈ। ਕੀ ਕਰੀਏ, ਨੀਂਦ ਆਉਂਦੀ ਨਹੀਂ। ਦੁੱਖ ਦੇ ਸਰੀਰ ਤੋਂ ਦੁਖੀਆ ਮਨੁੱਖ ਵਾਸਤੇ 4 ਪਹਿਰ 4 ਜੁਗ ਹੈ ਸਮਾਨੇ, ਰਹਿਣ ਭਈ ਤਬ ਅੰਤ ਨ ਜਾਣੇ। ਸਮਾਜ ਦੇ ਵਿੱਚ ਕੋਈ ਮਨੁੱਖ ਰਾਤ ਦੇ ਸਮੇਂ ਦੁਖੀ ਹੋਵੇ, ਇਹ 4 ਪਹਿਰਾਂ ਦੀ ਰਾਤ ਮਨੁੱਖ ਨੂੰ 4 ਜੁਗਾਂ ਜਿੱਡੀ ਲੱਗਦੀ ਹੈ। 4 ਜੁਗਾਂ ਜਿੱਡੀ, ਕਿ ਦਿਨ ਹੀ ਨਹੀਂ ਚੜ੍ਹਦੇ। 4 ਪਹਿਰਾਂ ਦੀ ਰਾਤ ਦੁਖੀ ਮਨੁੱਖ ਵਾਸਤੇ 4 ਜੁਗਾਂ ਜਿੱਡੀ ਲੱਗਦੀ ਹੈ। ਸੁਖੀ ਮਨੁੱਖਾਂ ਵਾਸਤੇ 4 ਪਹਿਰਾਂ ਦਾ ਦਿਨ ਚੰਦ ਮਿੰਟਾਂ ਵਿੱਚ ਹੀ ਨਿਕਲ ਜਾਂਦਾ ਹੈ। ਚੰਦ ਮਿੰਟਾਂ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਕਦੋਂ ਦਿਨ ਨਿਕਲ ਗਏ। ਸੁੱਖ ਤੇ ਦੁੱਖ ਇਹ ਦੋਨੇ ਅਵਸਥਾ ਨੇ। ਦੁਖੀਆ ਮਨੁੱਖ ਵਾਸਤੇ ਪਲ ਪਲ ਮਸਾਂ ਨਿਕਲਦਾ ਹੈ, ਸੁਖੀ ਮਨੁੱਖ ਵਾਸਤੇ ਪਤਾ ਹੀ ਨਹੀਂ ਲੱਗਦਾ 4 ਪਹਿਰਾਂ ਦਾ ਦਿਨ ਕਦੋਂ ਨਿਕਲ ਗਿਆ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ, ਦੁਖੀ ਮਨੁੱਖ ਵਾਸਤੇ 4 ਪਹਿਰਾਂ ਦੀ ਰਾਤ 4 ਜੁਗਾਂ ਜਿੱਡੀ ਬਣ ਜਾਂਦੀ ਹੈ। ਉਹਨਾਂ ਨੂੰ ਨਹੀਂ ਪਤਾ ਸੀ ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਿਹੋ ਜਿਹੇ ਨੇ। ਪਹਿਲੀ ਵਾਰ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਰਹੇ ਸੀ।
नहीं पता सी ते गुरु अर्जन देव साहब महाराज जवानी पहरे दे विच कहन लगे, बजुर्गो तुसीं साडे वड्ड वडेरे बजुर्गों, जे तुहाडी आग्या होवे ते तुहाडे हत्थ पैर मैं मंड देवां। तुहाडी सेवा, तुसीं गुरु दी सेवा करन चले, मैं तुहाडी सेवा कर दिंदा। वो कहन लगे चलो ठीक है भी शरीर बजुर्ग है, थके टुटे हैं, चलो हुण तुसीं जे तुसीं सेवा कर दो तो कोई अंत नहीं। उन्हां बजुर्गां दे शरीरां दी सारी रात गुरु अर्जन देव साहब जी महाराज उन्हां दे शरीरां दी सेवा करते रहे, मंडते रहे। उन्हां दे किसी दियां बाहां मंडियां ने, हत्थ मंडे ने, किसी दे पैर मंडे ने, किसी दियां लत्तां मंडियां ने गुरु अर्जन देव साहब जी महाराज ने। रात दे समय आप गुरु अर्जन देव साहब जी महाराज ने सारी रात सेवा चलती रही। जदों होया अमृत वेला, संगत सारी उठी ते उठ के संगत कहन लगे चलो हुण गुरु दे दर्शन दीदारियां नूं चलदे आं, अमृत वेला हो गया। चौथा पहर आ गया, संगत सारी उठी ते उठदियां सारी संगत ने पूछया, कहन लगे कौन ने? और बजुर्ग कहन लगे रात दे आए ने बेचारे, राही पांधी ने भी साडे शरीर थके हुए सी, इन्हां ने इहो जी मुठा चप्पी कीती है, इन्हां ने इहो जी साडे शरीर नूं मंडिया है कि इंज लगदा कि सारी जिंदगी दे दुख ही दूर हो गए ने। हुण गुरु अर्जन देव साहब महाराज दे हत्थ होवन ते किसी दे शरीर नूं छूह जाण, शरीर दे विचों सारी दी सारी जहर निकल के बाहर ना जावे, किवें हो सकदा है? दुख जिहड़े ने शरीर दे विचों निकल के बाहर क्यों ना जाण, किवें हो सकदा है? गुरु अर्जन देव साहब जी महाराज संगत कह लगी चलो इन्हां ने बहुत चंगा कर्म कीता। ते बजुर्गां ने जिहड़ा आप भार चक्किया सी ना, आप कहन लगे बजुर्गो तुसीं फिर भी थकियो, लम्मा सफ़र तय करके यह भार भी सानू चुका दिओ, जरा नोट करियो। वो भार भी जिहड़ा बजुर्गां दा सी गुरु अर्जन देव साहब जी महाराज ने अपने सिर ते रख लिया ते संगत दे नाल काफले दे नाल मगर चल पे। इस गुरु दे असीं ਜਿਹੜੇ गुरु ਦੇ घर ਦੀ ਅਸੀਂ ਅੱਜ ਦਰ 'ਤੇ ਆਉਂਦੇ ਹਾਂ, ਜਿਹੜੀ ਅਸੀਂ ਸੰਗਤ ਕਰਦੇ ਹਾਂ ਮਹਾਰਾਜ ਦੇ ਘਰ ਦੀ, ਤਾਂ ਨੋਟ ਕਰ ਲੈਣਾ ਕਿ ਸੰਗਤ ਦੇ ਵਿੱਚ ਪ੍ਰਤੱਖ ਰੂਪ ਦੇ ਵਿੱਚ ਗੁਰੂ ਮੌਜੂਦ ਹੈ, ਪਰ ਗੁਰੂ ਨੂੰ ਦੇਖਣ ਵਾਲੀ ਮਨੁੱਖ ਕੋਲੇ ਅੱਖ ਚਾਹੀਦੀ ਹੈ, ਅੱਖ ਚਾਹੀਦੀ ਹੈ ਉਹਦੇ ਕੋਲ, जिस दे नाल गुरु दिखाई देवे। संगत दे विच गुरु है ते गुरु अर्जन देव साहब जी महाराज जी ने वो गठड़ी चुकी, संगत दे पिछे काफले दे लागले ते काफला सारे अगे जा रहे हैं। जदों अमृतसर साहब पहुँचे ना ते उत्थे पहुँच के संगत कह लगी चलो हुण महाराज दे दर्शन दीदारे करदे हैं। जुत्ते कहंदे इत्थे उतार दिओ, जुत्ते उतार दिओ। गुरु अर्जन देव साहब महाराज खुद कहन लगे हाँ, कहंदे जुत्ते तुसीं सारे इत्थे उतार जाओ ते नाल नाल कहंदे तुसीं इंज करियो कि जिहड़ा तुहाडा साजो समान है यह भी सारा इत्थे रख दिओ, मैं इस दे पहरे ते बैठा, मैं इत्थे पहरे ते बैठा। संगत ने सारी ने जुत्ते उतार दिते, अपनियां गठड़ियां साजो समान सारा रख दिता। गजब की गल है कि गुरु अर्जन देव साहब जी महाराज उन्हां संगतां दे आप जुत्ते साफ करते ने महाराज जी आप। नाम जपण वाले दी कदर गुरु साहब जी महाराज किवें करते हैं? जिहड़ा कोई संगत रूप होके नाम जपदा है,
संगत रूप होके एक गुरु दे वल अपनी टेक रखनी पैंदी है। जिहड़ा केवल ते केवल मुखड़ा गुरु दे वल करके चलदा है, गुरु दे वल शब्द दे वल करके चलदा है, ये उन्हां दियां बातां ने। ये उन्हां दियां बातां नहीं है जिहड़े घर दे विचों चल पैंदे ने कि चलो उत्थे गुरु के लंगर दे विच देखांगे स्वादिष्ट भोजन बने ने। ये उस गुरु की संगत की गल करते हैं। सारी संगत दे गुरु अर्जन देव साहिब जी महाराज ने जुत्ते साफ किए ने। जदों संगत अगाहां गई तो बाबा बुढ़ा साहिब जी होर सिखां नूं पुछिया, बैठे सत्कार होया उन्हां दा, बाबा बुढ़ा साहिब जी ने कीता संगत दा। पुछिया कि कित्थों आना होया, कहंदे असीं कंधार तो आए हाँ ते असीं जिहड़े गुरता गद्दी ते सुभाएमान गुरु अर्जन देव साहिब जी महाराज ने उन्हां दे दर्शन दीदारे करन वास्ते आए। सानू तुसीं बाबा बुढ़ा साहिब जी किरपा करो कि सानू गुरु अर्जन देव साहिब जी महाराज दे दर्शन दीदारे करा दिओ, दर्शन दीदारे कराओ। बाबा बुढ़ा साहिब जी कहन लगे, संगते गुरु साहिब जी महाराज रात दे गए हुए ने दीवान की समाप्ति तो बाद, हजे तक दरबार दे विच नहीं पहुंचे। गुरु कित्थे बैठे ने? संगतां दे जुत्तियां दे विच। गुरु कित्थे बैठे ने? संगतां दे अनाज दी गठड़ियां दी राखी। दुनियादारी दा मनुख कहंदा है कि गुरु दे घर दे वल परमात्मा दे घर गए तो अपना घर सुन्ना रह जाना है, साडा घर लुटिया जाना है। गुरु साहिब जी महाराज कहंदे तू एक बारी शब्द दे वल मुखड़ा करके आ ते सही, गुरु साहिब जी महाराज खुद तेरे घर दे विच बह के तेरे घर की राखी करनगे। तो चल ते सही एक पहल एक कदम। पर मनुख जिहड़ा है ये संगत करदियां ये मनुख सतसंगत कैसी जानी है जिथे एको नाम वखानी है। संगत करन दा भी कोई तरीका है कि संगत एको ही जगह ते बैठ के एको ही परमेश्वर दा नाम है जिहड़ा वो जपिया जा रहा भी, उहनूं संगत कहंदे ने। किते मनुख दी ये ना रुचि होवे, रुचि ते फिर होर किसे पासे च, सुरत ते किसे होर पासे फिरदी हुंदी है। काम धंधिਆਂ ਦੇ ਵਿੱਚ सुरत है, किसी का मन मैला है, किसी के प्रति मैल बड़ी चल रही होंदी है, संगत दे विच बैठा हुंदा है मनुख। गुरु साहिब जी महाराज कहंदे तू एक बारी टेक गुरु दे शब्द दी रख के तां देख कि गुरु तेरी सेवा किवें करेगा, गुरु तेरी सेवा किवें करेगा। बाबा बुढ़ा साहिब जी कहन लगे, संगते रात दे दीवान की समाप्ति तो बाद गुरु साहिब जी गए ने, हजे तक दरबार दे विच नहीं आए। चलो संगत कहंदे असी दर्शन दीदारे कर लेने। कहंदे तुहाडे नाल कोई होर ते आए? कहंदे साडे नाल ते इक्को ही आया गुरु दा सिख, वो जुत्तियां दी राखी बैठा है बाहर पासे। संगत कहन लगे जुत्तियां दी राखी, कहंदे जुत्तियां दी राखी, हाँ गठड़ियां दी अनाज दी जो असी भेटा गुरु वास्ते लेके आए हैं उन्हां दी राखी बैठे। जदों संगत दे समेत बाबा बुढ़ा साहिब जी अंदरों निकले ने, गजब की गल है कि गुरु अर्जन देव साहिब महाराज सामने जुत्ते साफ करते पे ने। संगते जेड़े गुरु दे दर्शन दीदारे तुसी करन वास्ते इत्थे पहुंचे हो ना, वो गुरु तुहाडे दर्शन करन वास्ते रात ही तुहाडे कोल पहुंच गया सी। आ जेड़े गुरु दे तुसी दर्शन दीदारे करने ने, आ जुत्तियां दे विच ओही गुरु अर्जन देव साहिब जी महाराज बैठे ने, तुहाडे जुत्तियां दी सेवा करदे। सारी जी सारी संगत हैरान रहेगी। गुरु अर्जन देव साहिब जी महाराज वो बुजुर्ग कहन लगे, ये कलियां साडियां जुत्तियां ही साफ नहीं कीतियां इन्हां ने, ये तां सारी रात साडे शरीर की भी मालश करते रहे ने। बाबा बुढ़ा साहिब जी नूं कहन लगे, कहंदे ये ओही ने जिन्हां दे तुसीं दर्शन दीदारे करन वास्ते आए हो।
ਸਾਖੀ ਤੇ ਹੋ ਗਈ। ਨਿਚੋੜ ਕੀ ਹੈ ਇਸ ਦਾ? ਨਿਚੋੜ ਇਸ ਦਾ ਇਹ ਹੈ ਕਿ ਸਾਡੇ ਗੁਰੂ ਐਸੇ ਹੋਏ ਨੇ ਜਿਨ੍ਹਾਂ ਗੁਰੂਆਂ ਦੇ ਵਿੱਚ ਇੰਨੀ ਨਿਮਰਤਾ ਸੀ ਕਿ ਰਾਤ ਨੂੰ ਜਿਹਨੂੰ ਜਾਣਦੇ ਨਹੀਂ ਉਹਨਾਂ ਦੇ ਕੋਲ ਵੀ ਜਾ ਕੇ ਉਹਨਾਂ ਦੇ ਸਰੀਰ ਦੀ ਮਾਲਸ਼ ਕਰਕੇ ਆਰਾਮ ਦੀ ਨੀਂਦ ਸਵਾਇਆ ਤੇ ਉਹਨਾਂ ਸੰਗਤ ਦੀ ਜੁੱਤਿਆਂ ਦੀ ਸੇਵਾ ਕੀਤੀ। ਜਿਹਨੂੰ ਹਜੇ ਤੱਕ ਜਾਣ ਪਹਿਚਾਣ ਨਹੀਂ, ਕਿੱਥੋਂ ਆਇਆ, ਉਹਦਾ ਨਾਮ ਕੀ ਹੈ, ਕਰਦੇ ਕੀ ਨੇ, ਕੋਈ ਜਾਣ ਪਛਾਣ ਨਹੀਂ ਹੈ। ਦੁਨੀਆਦਾਰੀ ਦੇ ਵਿੱਚ ਜਿੱਥੇ ਜਾਣ ਪਛਾਣ ਹੈ, ਜਿੱਥੇ ਆਉਣਾ ਜਾਣਾ ਹੈ, ਮਨੁੱਖ ਉਸੇ ਥਾਲੀ ਦੇ ਵਿੱਚ ਛੇਕ ਕਰ ਰਿਹਾ ਹੈ। ਉਸੇ ਜਿੱਥੇ ਜਾਣ ਪਹਿਚਾਣ ਹੈ ਉੱਥੇ ਹੀ ਠੱਗੀ ਮਾਰਦਾ ਹੈ, ਉੱਥੇ ਹੀ ਬੇਈਮਾਨੀ ਕਰਦਾ ਹੈ, ਉੱਥੇ ਹੀ ਕਿਸੇ ਦਾ ਹੱਕ ਮਾਰਦਾ ਹੈ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਿਰ ਆਏ ਨੂੰ ਪੁੱਛਦੇ ਨੇ ਕਿ ਤੂੰ ਦੱਸੀ ਕਿਹੜੇ ਪਾਸੋਂ ਸਾਡਾ ਸਿੱਖ ਹੈ। ਉਸੇ ਗੁਰੂ ਦਾ ਸਿੱਖ ਹੈ ਤੂੰ ਜਿਹੜੇ ਗੁਰੂ ਦੇ ਵਿੱਚ ਐਡੀ ਵੱਡੀ ਨਿਮਰਤਾ ਕਿ ਸਾਰੀ ਰਾਤ ਹੱਥਾਂ ਪੈਰਾਂ ਦੀ ਮਾਲਸ਼ ਕਰਕੇ ਬਜ਼ੁਰਗਾਂ ਨੂੰ ਸਵਾਇਆ, ਗਠੜੀ ਚੱਕੀ, ਉਹਨਾਂ ਦੇ ਜੁੱਤੇ ਸਾਰੀ ਸੰਗਤ ਦੇ ਸਾਫ਼ ਕੀਤੇ। ਉਹ ਗੁਰੂ ਦਾ ਸਿੱਖ ਹੈ ਤੂੰ, ਉਹ ਗੁਰੂ ਦਾ ਸਿੱਖ ਹੈ। ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਤੂੰ ਬਾਣੀ ਤੇ ਪੜ੍ਹਦਾ ਹੈ, ਬਾਣੀ ਤੇ ਤੂੰ ਸੁਣਦਾ ਹੈ, ਕਮ ਸੇ ਕਮ ਤੋਂ ਗੁਰੂ ਵਾਲਾ, ਗੁਰੂ ਜੈਸਾ ਤਾਂ ਤੂੰ ਨਹੀਂ ਬਣ ਸਕਦਾ, ਪਰ ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੇ ਯਤਨ ਕਰ, ਪਾਏ ਹੋਏ ਪੂਰਨਿਆਂ ਤੇ ਚੱਲਣ ਦੇ ਯਤਨ ਕਰ। ਕਦੇ ਆਜੂ ਕਿਸੇ ਦੇ ਵਿੱਚ ਐਡੀ ਵੱਡੀ ਨਿਮਰਤਾ? ਕਦੇ ਹੈ ਕਿਸੇ ਦੇ ਵਿੱਚ? ਗੁਰੂ ਦੇ ਘਰ ਦੇ ਵਿੱਚ ਜਿਹੜੇ ਅਸੀਂ ਗੁਰੂ ਦੀ ਸੰਗਤ ਕਰਦੇ ਹਾਂ, ਸੰਗਤ ਇਹ ਨਹੀਂ ਹੈ ਕਿ ਚਲੋ ਹੁਣ ਠੀਕ ਹੈ ਵੀ ਹੁਣ ਤੇ ਹੋਰ ਤੇ ਕੋਈ ਕੰਮ ਨਹੀਂ, ਗੁਰੂ ਦੇ ਘਰ ਦੇ ਵਿੱਚ ਚਲੇ ਜਾਂਦੇ ਹਾਂ, ਐਸਾ ਨਹੀਂ ਕਰਨਾ। ਇਹ ਹੁੰਦੀ ਹੈ ਗੁਰੂ ਦੀ ਸੰਗਤ। ਉਹ ਅੱਖ ਰੱਖਣੀ ਚਾਹੀਦੀ ਹੈ ਮਨੁੱਖ ਨੂੰ ਜਿਹਦੇ ਨਾਲ ਗੁਰੂ ਨਜ਼ਰ ਆਵੇ। ਇਹ ਤੋਂ ਸੱਚ ਪਹਿਚਾਨ ਲਿਓ ਕਿ ਸਣ ਦੇ ਹੀ ਪਰਮਾਤਮਾ ਸੰਗਤ ਦੇ ਵਿੱਚ ਹੀ ਬੈਠਾ ਹੁੰਦਾ ਹੈ। ਪਰਮਾਤਮਾ ਦੇ ਦੋ ਰੂਪ ਨੇ, ਸਰਗੁਣ ਨਿਰਗੁਣ, ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾ। ਸਰਗੁਣ ਤੇ ਨਿਰਗੁਣ ਦੋ ਸਰੂਪ ਨੇ ਪਰਮਾਤਮਾ ਦੇ, ਤੇ ਸੰਗਤ ਦੇ ਵਿੱਚ ਹਮੇਸ਼ਾ ਪਰਮਾਤਮਾ ਸਰਗੁਣ ਸਰੂਪ ਦੇ ਵਿੱਚ ਆਉਂਦਾ ਹੈ। ਨਿਰਗੁਣ ਸਰੂਪ ਹੈ ਨਾ ਦਿਸਣ ਵਾਲਾ ਸਰੂਪ, ਗੁਰੂ ਦਾ ਬਚਨ ਚੱਲ ਰਿਹਾ ਹੈ, ਤੇ ਇੱਕ ਹੈ ਸਰਗੁਣ ਸਰੂਪ। ਸਰਗੁਣ ਸਰੂਪ ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਸੰਗਤ ਦੇ ਵਿੱਚ ਹੀ ਪਰਮਾਤਮਾ ਵਿਚਰ ਰਿਹਾ ਹੈ, ਸੰਗਤ ਦੇ ਵਿੱਚ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੂੰ ਆਪਣੀ ਉਹ ਅੱਖ ਰੱਖ ਜਿਹਦੇ ਨਾਲ ਗੁਰੂ ਦਿਖਾਈ ਦਿੰਦਾ ਹੈ। ਸਿਮਰਨ ਅਤੇ ਬੰਦਗੀ ਕਰ, ਜਿਹੜੇ ਸਿਮਰਨ ਅਤੇ ਬੰਦਗੀ ਦੀ ਬਦੌਲਤ ਤੈਨੂੰ ਗੁਰੂ ਖੁਦ ਆ ਕੇ ਮਿਲੇ। ਅੱਜ ਤੇ ਤੂੰ ਗੁਰੂ ਨੂੰ ਮਿਲਣ ਚੱਲੇ ਆ, ਸਿਮਰਨ ਅਤੇ ਸੇਵਾ ਦੀ ਬਦੌਲਤ ਤੈਨੂੰ ਗੁਰੂ ਆ ਕੇ ਖੁਦ ਮਿਲੇ। ਤੇ ਫਿਰ ਕੀ ਕਰਨਾ ਪਵੇਗਾ? ਨਾਮ ਜਪਣਾ ਪਵੇਗਾ, ਸੇਵਾ ਕਰਨੀ ਪਵੇਗੀ, ਸਿਮਰਨ ਤੇ ਬੰਦਗੀ ਕਰਨੀ ਪਊਗੀ, ਸੰਗਤ ਤੇ ਫਿਰ ਕਰਨੀ ਪਊਗੀ, ਪਰਮੇਸ਼ਰ ਦਾ ਨਾਮ ਸੁਣਨਾ ਪਵੇਗਾ, ਸੁਣ ਕੇ ਪਰਮੇਸ਼ਰ ਦੇ ਹੁਕਮ ਨੂੰ ਜਿਹੜਾ ਹੈ ਉਹ ਮੰਨਣਾ ਹੀ ਪਵੇਗਾ। ਤੇ ਜਿਨ੍ਹਾਂ ਨੇ ਇੰਜ ਕੀਤਾ ਹੈ ਉਹ ਫਿਰ ਮਨੁੱਖ ਜਿਹੜੇ ਹੈ ਸਾਰੀ ਦੀ ਸਾਰੀ ਜ਼ਿੰਦਗੀ ਗੁਰੂ ਦਰਬਾਰ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਸੰਗਤ ਦੇ ਰੂਪ ਵਿੱਚ ਹੋ ਕੇ ਲਵਾਉਂਦੇ ਨੇ। ਤੇ ਜੇ ਮਨੁੱਖ ਦੀ ਇਹ ਜ਼ਿੰਦਗੀ ਦੀ ਫਿਦਰਤ ਹੈ, ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੂੰ ਦਿਨੋਂ ਦਿਨ ਵੱਡਾ ਨਹੀਂ ਹੁੰਦਾ ਤੁਰਿਆ ਜਾ ਰਿਹਾ, ਤੈਨੂੰ ਭੁਲੇਖਾ ਹੈ, ਦਿਨੋਂ ਦਿਨ ਤੂੰ ਛੋਟਾ ਹੁੰਦਾ ਤੁਰਿਆ ਜਾ ਰਿਹਾ। ਬਿਹਤਰ ਜ਼ਿੰਦਗੀ ਹੈ ਕਿ ਤੂੰ ਪਰਮਾਤਮਾ ਦੀ ਸੰਗਤ ਕਰਿਆ ਕਰ, ਗੁਰੂ ਦੇ ਘਰ ਦੀਆਂ ਹਾਜ਼ਰੀਆਂ ਭਰਿਆ ਕਰ, ਫਿਰ ਦੇਖੀ ਕਿ ਗੁਰੂ ਤੇਰੇ ਵੱਲ ਮੁੱਖ ਕਰਕੇ ਜਿਸ ਦਿਨ ਚੱਲਿਆ ਤੇ ਤੇਰੇ ਕਾਰਜ ਪਰਮਾਤਮਾ ਕਿਵੇਂ ਰਾਸ ਕਰਦਾ ਹੈ। ਤਾਂ ਬਹੁਤ ਵੱਡੀ ਇਹ ਨਿਮਰਤਾ ਵਾਲੀ ਜਿਹੜੀ ਹੈ ਪ੍ਰਮਾਣ ਗੁਰੂ ਸਾਹਿਬ ਜੀ ਮਹਾਰਾਜ ਦਾ ਸਾਡੇ ਸਾਹਮਣੇ ਆਇਆ, ਕਿਉਂਕਿ ਅਸੀਂ ਵੀ ਯਤਨ ਕਰਦੇ ਹਾਂ ਗੁਰੂ ਦੀ ਸੰਗਤ ਕਰਨ ਦੇ,
ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ। ਜਿਸ ਦਿਨ ਅਵਸਥਾ ਉੱਚੀ ਹੋਣੀ ਹੋਈ, ਗੁਰੂ ਸਾਹਿਬ ਜੀ ਮਹਾਰਾਜ ਖੁਦ ਆਪ ਕਿਰਪਾ ਕਰਨਗੇ। ਉਦਮ ਉਪਰਾਲਾ ਸਾਡਾ ਹੈ ਕਿ ਅਸੀਂ ਉਦਮ ਉਪਰਾਲਾ ਕਰਕੇ ਗੁਰੂ ਦੇ ਘਰ ਦੇ ਵਿੱਚ, ਪਰਮਾਤਮਾ ਦੇ ਘਰ ਦੇ ਵਿੱਚ ਪਹੁੰਚਦੇ ਹਾਂ। ਅਸੀਂ ਉਦਮ ਉਪਰਾਲਾ ਕਰਕੇ ਪਰਮਾਤਮਾ ਦਾ ਨਾਮ ਜਪਣਾ ਹੈ। ਬਾਕੀ ਜਿਹੜਾ ਸਾਰੇ ਦਾ ਸਾਰਾ ਕਰਮ ਹੈ ਉਹ ਪਰਮਾਤਮਾ ਖੁਦ ਕਰਦੇ ਹਨ। ਸ਼ਰਧਾ ਜਿਹੜੀ ਹੈ, ਮਰਿਆਦਾ ਸ਼ਰਧਾ ਇਹ ਮਨੁੱਖ ਨੂੰ ਰੱਖਣੀ ਚਾਹੀਦੀ ਹੈ। ਇਤਨੀ ਵੱਡੀ ਸ਼ਰਧਾ ਹੈ ਕਿ ਰਾਤ ਦੇ ਸਮੇਂ ਗੁਰੂ ਸਾਹਿਬ ਜੀ ਮਹਾਰਾਜ ਆਪਣੇ ਮਹਿਲਾਂ ਨੂੰ ਛੱਡ ਕੇ, ਆਪਣੇ ਘਰ-ਬਾਰ ਨੂੰ ਛੱਡ ਕੇ ਗੁਰੂ ਦੀ ਸੰਗਤ ਵਾਸਤੇ, ਸੇਵਾ ਵਾਸਤੇ ਚੱਲ ਪਏ ਨੇ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਅੱਜ ਦਾ ਇਹ ਪ੍ਰਮਾਣ ਬੜਾ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ, ਜਿਹੜੇ ਨੂੰ ਅਸੀਂ ਹਮੇਸ਼ਾ ਵਾਸਤੇ ਜ਼ਿੰਦਗੀ ਦੇ ਵਿੱਚ ਯਾਦ ਰੱਖਣਾ ਹੈ। ਔਰ ਨਾਲ ਹੀ ਨਾਲ ਇਸ ਪ੍ਰਮਾਣ ਤੋਂ, ਸਾਖੀ ਪ੍ਰਮਾਣ ਤੋਂ ਸੇਧ ਵੀ ਲੈਣੀ ਹੈ ਕਿ ਅਸੀਂ ਉਸ ਗੁਰੂ ਦੇ ਸਿੱਖ ਹਾਂ ਜਿਹੜੇ ਗੁਰੂ ਦੇ ਵਿੱਚ ਐਡੀ ਵੱਡੀ ਨਿਮਰਤਾ ਸੀ, ਐਡੀ ਵੱਡੀ ਨਿਮਰਤਾ। ਤਾਂ ਗੁਰੂ ਜੈਸੇ ਤੇ ਅਸੀਂ ਨਹੀਂ ਬਣ ਸਕਦੇ ਜੈਸਾ ਗੁਰੂ ਸੀ, ਪਰ ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੇ ਯਤਨ ਤੇ ਕਰ ਸਕਦੇ ਹਾਂ। ਨਿਮਰਤਾ ਤੇ ਅਸੀਂ ਵੀ ਰੱਖ ਸਕਦੇ ਹਾਂ। ਪਰ ਮਨੁੱਖ ਤੇ ਜਿਵੇਂ ਦੀ ਜਿਵੇਂ ਇਹ ਸੰਗਤ ਕਰਦਾ ਜਾਂਦਾ ਹੈ, ਜਿਵੇਂ ਜਿਵੇਂ ਸੇਵਾ ਕਰਦਾ ਜਾਂਦਾ ਹੈ, ਜਿਵੇਂ ਜਿਵੇਂ ਇਹਦੀ ਉਮਰ ਵੱਡੀ ਹੁੰਦੀ ਤੁਰੀ ਜਾਂਦੀ ਹੈ, ਉਵੇਂ ਉਵੇਂ ਹੰਕਾਰ ਵੱਧਦਾ ਤੁਰਿਆ ਜਾਂਦਾ ਹੈ। ਜਿਵੇਂ ਜਿਵੇਂ ਉਮਰ ਵੱਡੀ ਹੰਕਾਰ ਵਧਿਆ, ਜਿਵੇਂ ਜਿਵੇਂ ਉਮਰ ਵੱਡੀ ਲੋਭ ਵਧਿਆ, ਕ੍ਰੋਧ ਵਧਿਆ, ਇਹ ਸਾਰੀਆਂ ਚੀਜ਼ਾਂ ਵੱਧਦੀਆਂ ਤੁਰੀਆਂ ਜਾ ਰਹੀਆਂ ਨੇ। ਤਾਂ ਇਹਨਾਂ ਨੂੰ ਕੰਟਰੋਲ ਦੇ ਵਿੱਚ ਕਿਵੇਂ ਕਰਨਾ ਹੈ? ਗੁਰੂ ਦੀ ਸੰਗਤ ਦੇ ਵਿੱਚ ਬੈਠ ਕੇ ਕੰਟਰੋਲ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਬਹੁਤ ਵੱਡਾ ਨਿਮਰਤਾ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਕੰਧਾਰ ਦੀ ਸੰਗਤ ਨੂੰ ਦਰਸ਼ਨ ਦਿਦਾਰੇ ਕੀਤੇ। ਸਾਰੀ ਸੰਗਤ ਦੰਗ ਰਹਿ ਗਈ ਕਿ ਗੁਰੂ ਸਾਹਿਬ ਜੀ ਮਹਾਰਾਜ ਸਾਰੀ ਰਾਤ ਸਾਡੇ ਵਿਚਕਾਰ ਰਹੇ ਤੇ ਸਾਨੂੰ ਪਤਾ ਤੱਕ ਨਹੀਂ ਲੱਗਿਆ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਸਮਾਪਤੀ ਦਾ ਸਮਾਂ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਸੰਗਤਾਂ ਦਾ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।